MK ਐਗਜ਼ਾਮ ਕਰੈਕਰ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਕਾਂਗੀ ਯਾਤਰਾ ਦੇ ਵਿੱਚੋਂ ਕੱਲ੍ਹ ਕੁਝ ਇਕਾਂਗੀਆਂ ਬਾਰੇ ਆਪਾਂ ਉਹਨਾਂ ਦੀਆਂ ਵਿਸ਼ੇ ਵਸਤੂ ਬਾਰੇ ਗੱਲ ਕੀਤੀ ਸੀ। ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਅਗਲੀਆਂ ਇਕਾਂਗੀਆਂ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਇਕਾਂਗੀ ਹੈ ਉਧਾਲੀ ਹੋਈ ਕੁੜੀ। 1947 ਦੀ ਦੇਸ਼ ਵੰਡ ਇੱਕ ਵੱਡਾ ਦੁਖਾਂਤ ਸੀ, ਜਿਸ ਦਾ ਪ੍ਰਭਾਵ ਦੇਰ ਤੱਕ ਚੱਲਦਾ ਰਿਹਾ। ਦੇਸ਼ ਵੰਡ ਦੌਰਾਨ ਜੋ ਕਤਲੋਗਾਰਤ ਹੋਈ ਉਹ ਤਾਂ ਪੰਜਾਬੀਆਂ ਨੇ ਭੋਗੀ ਹੀ, ਉਸ ਦੇ ਪਰਛਾਵੇਂ ਅਲੱਗ-ਅਲੱਗ ਰੂਪਾਂ ਵਿੱਚ ਵੀ ਕਾਇਮ ਰਹੇ। ਕਪੂਰ ਸਿੰਘ ਘੁੰਮਣ ਦਾ ਇਕਾਂਗੀ ਉਧਾਲੀ ਹੋਈ ਕੁੜੀ 1949 ਦੇ ਘਟਨਾਕ੍ਰਮ ਨਾਲ ਜੁੜਿਆ ਹੋਇਆ ਹੈ। ਦੇਸ਼ ਵੰਡ ਤੋਂ ਬਾਅਦ ਇੱਧਰ ਰਹਿ ਗਈਆਂ ਮੁਸਲਮਾਨ ਕੁੜੀਆਂ ਨੂੰ ਪਾਕਿਸਤਾਨ ਪਹੁੰਚਾਉਣ ਤੇ ਉੱਧਰ ਰਹਿ ਗਈਆਂ ਹਿੰਦੂ ਸਿੱਖ ਕੁੜੀਆਂ ਨੂੰ ਭਾਰਤ ਪਹੁੰਚਾਉਣ ਦਾ ਸਿਲਸਿਲਾ ਆਰੰਭ ਹੋਇਆ ਸੀ। ਜਿਵੇਂ ਗਦਰ ਮੂਵੀ ਦੇ ਵਿੱਚ ਵੀ ਦਿਖਾਇਆ ਜਾਂਦਾ ਵੀ ਕਿਵੇਂ ਉੱਧਰ ਜਿਹੜੇ ਮੁਸਲਮਾਨ ਕੁੜੀਆਂ ਰਹਿ ਜਾਂਦੀਆਂ ਸਿੱਖ ਕੁੜੀਆਂ ਜਿਹੜੀਆਂ ਉੱਧਰਲੇ ਪੰਜਾਬ ਵਿੱਚ ਰਹਿ ਜਾਂਦੀਆਂ ਉਹਨਾਂ ਨੂੰ ਇੱਧਰ ਭੇਜਿਆ ਜਾਂਦਾ। ਇੱਧਰ ਜਿਹੜੀਆਂ ਮੁਸਲਮਾਨ ਕੁੜੀਆਂ ਰਹਿ ਜਾਂਦੀਆਂ ਉਹਨਾਂ ਨੂੰ ਉੱਧਰ, ਮਤਲਬ ਲਗਾਤਾਰ ਲੋਕਾਂ ਨੂੰ ਇੱਕ ਦੂਜੇ ਦੇਸ਼ ਦੇ ਵਿੱਚ ਭੇਜਿਆ ਜਾਂਦਾ ਹੈ। ਦੇਸ਼ ਵੰਡ ਤੋਂ ਬਾਅਦ ਇੱਧਰ ਰਹਿ ਗਈਆਂ ਮੁਸਲਮਾਨ ਕੁੜੀਆਂ ਨੂੰ ਪਾਕਿਸਤਾਨ ਪਹੁੰਚਾਉਣ ਤੇ ਉੱਧਰ ਰਹਿ ਗਈਆਂ ਹਿੰਦੂ ਕੁੜੀਆਂ ਨੂੰ ਭਾਰਤ ਪਹੁੰਚਾਉਣ ਦਾ ਸਿਲਸਿਲਾ ਆਰੰਭ ਹੋਇਆ ਸੀ। ਇਹ ਉਹ ਔਰਤਾਂ ਸਨ ਜਿਨ੍ਹਾਂ ਉੱਤੇ ਜ਼ੁਲਮ ਤੇ ਤਸ਼ੱਦਦ ਹੋਇਆ ਤੇ ਕਈ ਧਰਮ ਬਦਲ ਕੇ ਵਸ ਗਈਆਂ ਸਨ। ਬਹੁਤੀਆਂ ਆਪਣੇ ਪਰਿਵਾਰਾਂ ਵਿੱਚ ਮੁੜ ਜਾਣ ਲਈ ਤਿਆਰ ਨਹੀਂ ਸਨ, ਕਿਉਂਕਿ ਪਹਿਲਾਂ ਵਾਲਾ ਮਾਣ ਇੱਜ਼ਤ ਮਿਲਣ ਦੀ ਸੰਭਾਵਨਾ ਨਹੀਂ ਸੀ। ਇਸ ਇਕਾਂਗੀ ਵਿੱਚ ਵੀ ਸਲਮਾ ਨਾਂ ਦੀ ਕੁੜੀ ਹੈ ਜੋ ਪਾਕਿਸਤਾਨ ਨਹੀਂ ਜਾਣਾ ਚਾਹੁੰਦੀ, ਸਗੋਂ ਇੱਧਰ ਰਹਿ ਕੇ ਆਪਣੇ 'ਤੇ ਜ਼ੁਲਮ ਕਰਨ ਵਾਲੇ ਵਹਿਸ਼ੀਆਂ ਨੂੰ ਆਪਣੇ ਪੇਟ ਵਿੱਚ ਪਲ ਰਹੇ ਪਾਪ ਨੂੰ ਜਨਮ ਦੇ ਕੇ ਸ਼ਰਮਿੰਦਾ ਕਰਨਾ ਚਾਹੁੰਦੀ ਹੈ। ਉਸਦੀ ਹਿਤ ਚਿੰਤਕ ਵਿਰਸਾ ਆਪਣੇ ਮਿੱਤਰ ਖੜਕੂ ਦੀ ਵਹੁਟੀ ਕਰਤਾਰੂ ਨੂੰ ਵਿਸ਼ਵਾਸ ਵਿੱਚ ਲੈ ਕੇ ਸਲਮਾ ਨੂੰ ਉਸਦੇ ਘਰ ਲੁਕਾ ਜਾਂਦਾ ਹੈ, ਤਾਂ ਕਿ ਪਿੰਡ ਵਿੱਚ ਆਈ ਪੁਲਿਸ ਸਲਮਾ ਨੂੰ ਪਾਕਿਸਤਾਨ ਨਾ ਪਹੁੰਚਾ ਦੇਵੇ। ਖੜਕੂ ਅਤੇ ਕਰਤਾਰੂ ਆਪਣੇ 8 ਵਰ੍ਹਿਆਂ ਦੇ ਮੁੰਡੇ ਜੀਤੇ ਅਤੇ ਛੋਟੇ ਬੱਚੇ ਸਮੇਤ ਘੁੱਗ ਵਸਦੇ ਹਨ। ਜਦੋਂ ਪੁਲਿਸ ਘਰ ਆਉਂਦੀ ਹੈ ਤਾਂ ਉਹ ਕਰਤਾਰੂ ਨੂੰ ਨੂਰਦੀਨ ਲੋਹਾਰ ਦੀ ਧੀ ਬਰਕਤੇ ਹੋਣ ਕਰਕੇ ਉਧਾਲੀ ਹੋਈ ਕੁੜੀ ਮੰਨ ਕੇ ਪਾਕਿਸਤਾਨ ਲੈ ਜਾਣ ਲਈ ਤਿਆਰ ਹੋ ਜਾਂਦਾ ਹੈ। ਖੜਕੂ ਅਤੇ ਕਰਤਾਰੂ ਵਾਸਤੇ ਪਾਉਂਦੇ ਹਨ ਕਿ ਉਹਨਾਂ ਦਾ 10 ਵਰ੍ਹੇ ਪਹਿਲਾਂ ਵਿਆਹ ਹੋ ਚੁੱਕਾ ਹੈ। ਕਰਤਾਰੂ ਨੇ ਅੰਮ੍ਰਿਤ ਛਕਿਆ ਹੋਇਆ ਹੈ ਤੇ ਉਹ ਆਪਣੀ ਮਰਜ਼ੀ ਨਾਲ ਖੜਕੂ ਦੇ ਘਰ ਵਸ ਰਹੀ ਹੈ। ਉਸਦੇ ਮਾਪਿਆਂ ਨੂੰ ਵੀ ਇਸ ਦਾ ਪਤਾ ਹੈ, ਲੇਕਿਨ ਪੁਲਿਸ ਉਹਨਾਂ ਦੇ ਮਿੰਨਤਾਂ ਤਰਲਿਆਂ ਦੇ ਪਰਵਾਹ ਨਾ ਕਰਦੀ ਹੋਈ ਬੱਚੇ ਖੜਕੂ ਕੋਲੋਂ ਛੁਡਵਾ ਕੇ ਕਰਤਾਰੂ ਨੂੰ ਲੈ ਜਾਂਦੀ ਹੈ ਤੇ ਉਹਨਾਂ ਦਾ ਵਸਦਾ ਰਸਦਾ ਘਰ ਉਜਾੜ ਦਿੰਦੀ ਹੈ। ਇਹ ਇਕਾਂਗੀ ਉਹਨਾਂ ਸਥਿਤੀਆਂ 'ਤੇ ਵਿਅੰਗ ਹੈ ਜਿਹੜੀਆਂ ਦੇਸ਼ ਵੰਡ ਨੇ ਸਿਰਜ ਦਿੱਤੀਆਂ। ਇਕਾਂਗੀ ਤੇਜ਼ ਚਾਲ ਚੱਲਦਾ ਹੈ। ਬੱਚੇ ਜੀਤੇ ਰਾਹੀਂ ਹਾਸ ਰਸ ਉਪਜਦਾ ਹੈ ਅਤੇ ਸਲਮਾ ਦੀ ਥਾਂ ਵੰਡ ਤੋਂ 8 ਵਰ੍ਹੇ ਪਹਿਲਾਂ ਹੀ ਖੜਕੂ ਦੇ ਘਰ ਵਸਦੀ ਕਰਤਾਰੂ ਨੂੰ ਉਧਾਲੀ ਹੋਈ ਕੁੜੀ ਸਮਝ ਕੇ ਲੈ ਜਾਣ ਨਾਲ ਨਾਟਕੀ ਸਿਖਰ ਉਪਜਦਾ ਹੈ। ਪੇਂਡੂ ਵਾਤਾਵਰਨ ਨਾਲ ਜੁੜਿਆ ਇਹ ਨਾਟਕ ਯਥਾਰਥਕ ਵਾਰਤਾਲਾਪ ਨਾਲ ਉਸਰਦਾ ਹੈ। ਅਪਮਾਨ ਇਕਾਂਗੀ। ਅਗਲੀ ਇਕਾਂਗੀ ਹੈ ਅਪਮਾਨ। ਸਰਜੀਤ ਸਿੰਘ ਸੇਠੀ ਦਾ ਇਕਾਂਗੀ ਅਪਮਾਨ ਇੱਕ ਮਨੋਵਿਗਿਆਨਕ ਇਕਾਂਗੀ ਹੈ। ਸਰਜੀਤ ਸਿੰਘ ਸੇਠੀ ਵੈਸੇ ਵੀ ਮਨੋਵਿਗਿਆਨਕ ਜਿਹੜੀਆਂ ਮਨੋਵਿਗਿਆਨ ਨੂੰ ਆਪਣਾ ਜਿਹੜਾ ਹੈ ਇਕਾਂਗੀ ਦੇ ਵਿੱਚ ਵਿਸ਼ੇ ਦੇ ਰੂਪ ਵਿੱਚ ਲੈ ਕੇ ਆਉਂਦਾ ਹੈ ਤੇ ਅਬਸਰਡਵਾਦ ਦਾ ਜਿਹੜਾ ਹੈ ਨਿਰਮਾਤਾ ਸਰਜੀਤ ਸਿੰਘ ਸੇਠੀ। ਇਹ ਮੱਧ ਸ਼੍ਰੇਣੀ ਦੇ ਜੀਵਨ ਨਾਲ ਸੰਬੰਧਿਤ ਹੈ। ਇਕਾਂਗੀ ਦਾ ਨਾਇਕ ਵਿਪਨ ਇੱਕ ਲੇਖਕ ਹੈ ਤੇ ਉਸਦਾ ਇੱਕ ਖੂਬਸੂਰਤ ਕੁੜੀ ਸੁਸ਼ਮਾ ਨਾਲ ਵਿਆਹ ਹੁੰਦਾ ਹੈ। ਵਿਪਨ ਅਤੇ ਸੁਸ਼ਮਾ ਅਲੱਗ-ਅਲੱਗ ਧਰਾਤਲ 'ਤੇ ਵਿਚਰਦੇ ਹਨ। ਵਿਪਨ ਸੁਸ਼ਮਾ ਤੋਂ ਬੌਧਿਕ ਵਿਅਕਤੀਤਵ ਦੀ ਮੰਗ ਕਰਦਾ ਹੈ। ਉਸ ਨੂੰ ਖੂਬਸੂਰਤੀ ਨਿਰਾ ਛਲਾਵਾ ਜਾਪਦੀ ਹੈ। ਉਸ ਨੇ ਸੁਸ਼ਮਾ ਨਾਲ ਵਿਆਹ ਇਸ ਲਈ ਕੀਤਾ ਸੀ ਕਿ ਉਹ ਇੱਕ ਬੌਧਿਕ ਸ਼ਖਸੀਅਤ ਵਾਲੀ ਕੁੜੀ ਹੋਵੇਗੀ, ਜਦੋਂ ਕਿ ਉਹ ਨਿਰੀ ਖੂਬਸੂਰਤੀ ਦੇ ਅਹਿਸਾਸ ਨਾਲ ਜਿਉਣ ਵਾਲੀ ਕੁੜੀ ਹੈ। ਸੁਸ਼ਮਾ ਵਿਪਨ ਨੂੰ ਆਪਣੀ ਖੂਬਸੂਰਤੀ ਦੇ ਪ੍ਰਸ਼ੰਸਕ ਵਜੋਂ ਵੇਖਣਾ ਚਾਹੁੰਦੀ ਹੈ। ਉਹ ਵਿਪਨ ਤੋਂ ਤਵੱਕੇ ਰੱਖਦੀ ਹੈ ਕਿ ਉਹ ਉਸ ਦੀ ਖੂਬਸੂਰਤੀ ਨੂੰ ਪਿਆਰ ਕਰੇ। ਇੱਛਾ ਰੱਖਦੀ ਹੈ ਕਿ ਉਹ ਉਸ ਦੀ ਖੂਬਸੂਰਤੀ ਨੂੰ ਪਿਆਰ ਕਰੇ, ਜਦੋਂ ਕਿ ਵਿਪਨ ਦਾ ਇਹਨਾਂ ਗੱਲਾਂ ਵਿੱਚ ਕੋਈ ਧਿਆਨ ਨਹੀਂ। ਉਹ ਆਪਣੇ ਰਚਨਾਈ ਅਹਿਸਾਸ ਅਤੇ ਬੌਧਿਕਤਾ ਵਿੱਚ ਡੁੱਬਿਆ ਹੋਇਆ ਹੈ। ਸਿੱਟੇ ਵਜੋਂ ਸੁਸ਼ਮਾ ਇਕੱਲ ਹੰਢਾਉਂਦੀ ਹੈ ਤੇ ਆਪਣੀ ਨੌਕਰਾਣੀ ਨਾਲ ਦੁੱਖ ਸੁੱਖ ਫੋਲਦੀ ਹੈ।
ਤੇ ਵਿਪਨ ਦੇ ਉਸਦੇ ਪ੍ਰਤੀ ਉਦਾਸੀਨ ਵਰਤਾਰੇ ਤੋਂ ਦੁਖੀ ਹੁੰਦੀ ਹੈ। ਇਕਾਂਗੀ ਦਾ ਸਿਖਰ ਉਦੋਂ ਹੁੰਦਾ ਹੈ ਜਦੋਂ ਸੁਸ਼ਮਾ ਵਿਪਨ ਨੂੰ ਅਹਿਸਾਸ ਕਰਵਾਉਣ ਲਈ ਆਪਣਾ ਚਿਹਰਾ ਸਟੋਵ ਨਾਲ ਸਾੜ ਲੈਂਦੀ ਹੈ ਤਾਂ ਕਿ ਉਹ ਇਹ ਸਾਬਤ ਕਰ ਸਕੇ ਕਿ ਜਿਸ ਖੂਬਸੂਰਤੀ ਦੀ ਕਦਰ ਹੀ ਨਹੀਂ ਉਸ ਨੂੰ ਰੱਖਣ ਦਾ ਕੀ ਫਾਇਦਾ। ਅੰਤ ਵਿੱਚ ਵਿਪਨ ਪਛਤਾਉਂਦਾ ਹੈ। ਇਹ ਇਕਾਂਗੀ ਇੱਕ ਦੁਖਾਂਤ ਹੈ ਤੇ ਉਹ ਵੀ ਮਨੋਵਿਗਿਆਨਿਕ ਦੁਖਾਂਤ। ਪਤੀ ਪਤਨੀ ਸੰਬੰਧਾਂ ਵਿੱਚ ਇੱਕ ਦੂਜੇ ਨੂੰ ਸਮਝਣ ਅਤੇ ਇੱਕ ਦੂਜੇ ਦੀ ਭਾਵਨਾਵਾਂ ਦਾ ਅਹਿਸਾਸ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਇਕਾਂਗੀ ਬਿਨਾਂ ਕਿਸੇ ਭਾਸ਼ਣ ਤੋਂ ਇਹ ਸਹਿਜ ਸੰਦੇਸ਼ ਦਿੰਦਾ ਹੈ ਕਿ ਪਤੀ ਪਤਨੀ ਦੇ ਰਿਸ਼ਤੇ ਵਿੱਚ ਸਵਾਪਨ ਬਹੁਤ ਜ਼ਰੂਰੀ ਹੈ। ਇਕਾਂਗੀ ਨਾਟਕੀਅਤਾ ਨਾਲ ਭਰਪੂਰ ਹੈ। ਇਕਾਂਗੀ ਦਾ ਸਿਖਰ ਦੁਖਾਂਤ ਸਿਰਜਦਾ ਹੈ। ਅਗਲੀ ਇਕਾਂਗੀ ਹੈ ਐਜੀਟੇਸ਼ਨ। ਹਰਸਰਨ ਸਿੰਘ ਦਾ ਇਹ ਇਕਾਂਗੀ ਔਰਤਾਂ ਦੀ ਜਾਗਰਤੀ ਦੇ ਵਿਸ਼ੇ ਨਾਲ ਜੁੜਿਆ ਹੋਇਆ ਹੈ, ਪਰ ਨਾਲ ਦੀ ਨਾਲ ਇਹ ਵੀ ਸਾਬਤ ਕਰਦਾ ਹੈ ਕਿ ਬਿਨਾਂ ਕਿਸੇ ਅਨੁਸ਼ਾਸਨ ਜਾਂ ਰਾਜਸੀ ਚੇਤਨਾ ਤੋਂ ਇਸ ਜਾਗਰਤੀ ਨੂੰ ਕੋਈ ਦਿਸ਼ਾ ਨਹੀਂ ਮਿਲ ਸਕਦੀ। ਇਕਾਂਗੀ ਦੀ ਪਾਤਰ ਪਤਨੀ ਔਰਤਾਂ ਦੀ ਜੋਸ਼ ਖਰੋਸ਼ ਵਾਲੀ ਜਾਗਰਤੀ ਦੇ ਹੱਕ ਵਿੱਚ ਹੈ, ਜਦਕਿ ਸਿਆਸੀ ਪਾਰਟੀ ਨਾਲ ਜੁੜਿਆ ਪਾਤਰ ਦਿਓਰ ਚੇਤਨਾ ਸੰਪੰਨ ਜਾਗਰਤੀ ਦੇ ਹੱਕ ਵਿੱਚ ਹੈ। ਇਕਾਂਗੀ ਦੀ ਕਹਾਣੀ ਇੰਨੀ ਹੈ ਕਿ ਇੱਕ ਘਰ ਵਿੱਚ ਪਤੀ ਪਤਨੀ ਦੇ ਦਿਓਰ ਇਕੱਠੇ ਰਹਿੰਦੇ ਹਨ। ਉਹਨਾਂ ਦੇ ਘਰ ਦੀ ਖਿੜਕੀ ਵਿੱਚੋਂ ਬਾਹਰ ਹੋ ਰਿਹਾ ਔਰਤਾਂ ਦਾ ਐਜੀਟੇਸ਼ਨ ਨਜ਼ਰ ਆ ਰਿਹਾ ਹੈ, ਜੋ ਇਸ ਲਈ ਹੈ ਕਿ ਇੱਕ ਪਤੀ ਨੇ ਆਪਣੀ ਪਤਨੀ ਨੂੰ ਮਾਰ ਦਿੱਤਾ ਹੈ ਤੇ ਔਰਤਾਂ ਉਸਦੇ ਘਰ ਅੱਗੇ ਸਿਆਪਾ ਕਰ ਰਹੀਆਂ ਹਨ, ਛਾਤੀਆਂ ਪਿੱਟ ਰਹੀਆਂ ਹਨ ਤੇ ਜੋਸ਼ ਵਿਖਾ ਰਹੀਆਂ ਹਨ। ਉਸ ਘਰ ਵਿੱਚ ਲੁਕੇ ਮਰਨ ਵਾਲੀ ਔਰਤ ਦੇ ਸੱਸ ਸਹੁਰਾ ਦੁੱਬ ਕੇ ਬੈਠੇ ਹਨ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਵੀ ਕਥਿਤ ਤੌਰ 'ਤੇ ਕਤਲ ਵਿੱਚ ਸ਼ਾਮਲ ਹਨ। ਦਰਸ਼ਕ ਪਤੀ ਪਤਨੀ ਤੇ ਦਿਓਰ ਵਿੱਚੋਂ ਪਤਨੀ ਇਸ ਐਜੀਟੇਸ਼ਨ ਨੂੰ ਔਰਤਾਂ ਦੀ ਆਜ਼ਾਦੀ ਦਾ ਪਰਚਮ ਦੱਸਦੀ ਹੈ, ਜਦਕਿ ਪਤੀ ਅਤੇ ਦਿਓਰ ਇਸ ਨੂੰ ਦਿਸ਼ਾਹੀਨ ਜੋਸ਼ ਸਮਝਦੇ ਹਨ। ਇਸੇ ਦਰਮਿਆਨ ਔਰਤਾਂ ਜਿਸ ਘਰ ਅੱਗੇ ਸਿਆਪਾ ਕਰ ਰਹੀਆਂ ਹਨ ਉਸ ਘਰ ਦੀਆਂ ਖਿੜਕੀਆਂ ਤੋੜ ਕੇ ਸਿਰਹਾਣੇ ਗੱਦੇ ਆਦਿ ਕੱਢ ਕੇ ਉਸ ਨੂੰ ਅੱਗ ਲਾ ਦਿੰਦੀਆਂ ਹਨ। ਪਤੀ ਅਤੇ ਦਿਓਰ ਇਸ ਕਾਰਜ ਦੀ ਨਿੰਦਾ ਕਰਦੇ ਹਨ, ਜਦੋਂ ਕਿ ਪਤਨੀ ਹਾਲੇ ਵੀ ਇਸ ਐਜੀਟੇਸ਼ਨ ਨੂੰ ਔਰਤਾਂ ਦਾ ਜਾਗਰਤ ਰੂਪ ਸਮਝਦੀ ਹੈ। ਇਸੇ ਦਰਮਿਆਨ ਇਕਾਂਗੀ ਦਾ ਸਿਖਰ ਵਾਪਰਦਾ ਹੈ ਤੇ ਗਲੀ ਦਾ ਇੱਕ ਬੱਚਾ ਬਬਲੂ, ਜੋ ਅਕਸਰ ਪਤੀ ਨਾਲ ਸ਼ਰਾਰਤਾਂ ਕਰਦਾ ਰਹਿੰਦਾ ਹੈ, ਪਤੀ ਵੱਲ ਇੱਕ ਗੀਟਾ ਸੁੱਟਦਾ ਹੈ। ਪਤੀ ਬਬਲੂ ਨੂੰ ਡਾਂਟ ਹੀ ਰਿਹਾ ਹੁੰਦਾ ਹੈ ਕਿ ਗੀਟਾ ਐਜੀਟੇਸ਼ਨ ਵਾਲੀਆਂ ਔਰਤਾਂ ਵਿੱਚੋਂ ਕਿਸੇ ਦੇ ਲੱਗਦਾ ਹੈ। ਉਹ ਸਮਝਦੀ ਹੈ ਕਿ ਪਤੀ ਨੇ ਗੀਟਾ ਉਸਦੇ ਮਾਰਿਆ ਹੈ। ਪਤੀ ਤੇ ਪਤਨੀ ਦੇ ਸਮਝਾਉਣ ਦੇ ਬਾਵਜੂਦ ਐਜੀਟੇਸ਼ਨ ਦਾ ਰੁਖ ਉਹਨਾਂ ਦੇ ਘਰ ਵੱਲ ਹੋ ਜਾਂਦਾ ਹੈ। ਦਿਓਰ ਵਿਅੰਗ ਨਾਲ ਕਹਿੰਦਾ ਹੈ, ਔਰਤਾਂ ਵਿੱਚ ਜੋਸ਼ ਖਰੋਸ਼ ਪੈਦਾ ਹੋ ਚੁੱਕਾ ਹੈ। ਇਸ ਸਮੇਂ ਪਤੀ ਅਤੇ ਪਤਨੀ ਡਰੇ ਹੋਏ ਸੱਸ ਸਹੁਰੇ ਵਾਂਗ ਆਪਣੇ ਘਰ ਦੇ ਅੰਦਰ ਲੁਕਦੇ ਹਨ ਤੇ ਐਜੀਟੇਸ਼ਨ ਵਾਲੀਆਂ ਔਰਤਾਂ ਉਹਨਾਂ ਦੇ ਬੂਹੇ ਖੜਕਾਉਂਦੀਆਂ ਗੁੰਡਾਗਰਦੀ ਦੇ ਖਿਲਾਫ ਨਾਅਰੇ ਲਾਉਂਦੀਆਂ ਹਨ। ਇਹ ਇਕਾਂਗੀ ਜਿੱਥੇ ਇੱਕ ਪਾਸੇ ਵਿਸ਼ੇ ਪੱਖੋਂ ਔਰਤਾਂ ਦੀ ਤਥਾਕਥਿਤ ਆਜ਼ਾਦੀ ਦੇ ਖਿਲਾਫ ਵਿਅੰਗ ਸਿਰਜਦਾ ਹੈ, ਉੱਥੇ ਤਕਨੀਕ ਦੀ ਦ੍ਰਿਸ਼ਟੀ ਤੋਂ ਉਤਸੁਕਤਾ ਭਰਪੂਰ ਹੈ। ਖਿੜਕੀ ਵਿੱਚੋਂ ਵੇਖੇ ਜਾ ਰਹੇ ਦ੍ਰਿਸ਼ ਰਾਹੀਂ ਇਕਾਂਗੀਕਾਰ ਨੇ ਕਾਰਜ ਦੀ ਵਿਸ਼ਾਲਤਾ ਸਿਰਜੀ ਹੈ ਤੇ ਨਾਟਕੀ ਸਿਖਰ ਰਾਹੀਂ ਇਕਾਂਗੀ ਨੂੰ ਇੱਕ ਨਵਾਂ ਮੋੜ ਵੀ ਦਿੱਤਾ ਹੈ। ਐਜੀਟੇਸ਼ਨ ਇਕਾਂਗੀ ਹੈ ਜੋ ਇਹ ਚੁਬਾਰੇ ਦੇ ਵਿੱਚ ਬੈਠੇ ਹੁੰਦੇ ਆ ਪਤੀ ਪਤਨੀ ਤੇ ਦਿਓਰ। ਉਹ ਚੁਬਾਰੇ ਦੀ ਖਿੜਕੀ ਵਿੱਚੋਂ ਇਹ ਸਾਰਾ ਐਜੀਟੇਸ਼ਨ ਦੇਖਣ ਤੋਂ ਬਾਅਦ ਜਿਹੜੀ ਇਕਾਂਗੀ ਹੈ ਉਹ ਹਰਸਰਨ ਸਿੰਘ ਦੁਆਰਾ ਇਸ ਤਰ੍ਹਾਂ ਸਿਰਜੀ ਜਾਂਦੀ ਹੈ ਪੂਰੀ ਕਲਾਮਈ ਤਰੀਕੇ ਨਾਲ ਕਿ ਪਾਠਕ ਨੂੰ ਉਸ ਇਕਾਂਗੀ ਦੇ ਵਿੱਚ ਉਤਸੁਕਤਾ ਜਿਹੜੀ ਹੈ ਉਹ ਮਿਲਦੀ ਹੈ ਤੇ ਇੱਕ ਪਾਠਕ ਹੈ ਜਿਹੜਾ ਉਸ ਇਕਾਂਗੀ ਦੇ ਵਿੱਚ ਖੁੱਭ ਜਾਂਦਾ ਹੈ। ਤੇ ਐਜੀਟੇਸ਼ਨ ਔਰਤਾਂ ਦਾ ਜਦੋਂ ਐਜੀਟੇਸ਼ਨ ਔਰਤਾਂ ਦੀ ਗੱਲ ਵੀ ਹੁੰਦੀ ਉਹਨਾਂ ਦੇ ਆਪਸ ਵਿੱਚ ਪਤੀ ਪਤਨੀ ਦਿਓਰ ਦੇ ਵਿੱਚ, ਤਾਂ ਉਸ ਐਜੀਟੇਸ਼ਨ ਨੂੰ ਲੈ ਕੇ ਜਿਹੜੀ ਆਜ਼ਾਦੀ ਹੈ ਜਾਂ ਕਹਿ ਲਓ ਤਥਾਕਥਿਤ ਜਿਹੜੀ ਆਜ਼ਾਦੀ ਦਿਖਾਈ ਗਈ ਹੈ ਉਸ ਉੱਪਰ ਜਿਹੜਾ ਹਰਸਰਨ ਸਿੰਘ ਨੇ ਵਿਅੰਗ ਕੱਸਿਆ ਹੈ, ਪਾਠਕ ਉਸ ਨੂੰ ਵੀ ਬੜੇ ਰੌਚਕ ਤਰੀਕੇ ਨਾਲ ਮਹਿਸੂਸ ਕਰਦਾ ਹੈ। ਇਹ ਇਕਾਂਗੀ ਸੀ ਹਰਸਰਨ ਸਿੰਘ ਦੀ। ਅਗਲੀ ਇਕਾਂਗੀ ਹੈ ਬਗਾਨੇ ਬੋੜ ਦੀ ਛਾਂ। ਬਗਾਨੇ ਬੋੜ ਦੀ ਛਾਂ ਅਜਮੇਰ ਸਿੰਘ ਔਲਖ ਦਾ ਇਹ ਇਕਾਂਗੀ ਮਾਲਵੇ ਦੀ ਨਿਵਣ ਕਿਸਾਨੀ ਨਾਲ ਸੰਬੰਧਿਤ ਹੈ। ਅਜਮੇਰ ਸਿੰਘ ਔਲਖ ਵੈਸੇ ਵੀ ਜੇ ਦੇਖਿਆ ਜਾਵੇ ਮਾਲਵੇ ਨਾਲ ਸੰਬੰਧਿਤ ਇਕਾਂਗੀਕਾਰ ਨਾਟਕਕਾਰ ਹੋਇਆ ਤੇ ਇਹਨਾਂ ਨੇ ਯਥਾਰਥਵਾਦੀ ਵਿਸ਼ਿਆਂ ਨੂੰ ਆਪਣੀ ਇਕਾਂਗੀ ਦੇ ਵਿੱਚ ਪੇਸ਼ ਕੀਤਾ ਹੈ, ਕਿਸਾਨੀ ਨੂੰ ਲੈ ਕੇ, ਨਿਵਣ ਕਿਸਾਨੀ ਵਿਵਸਥਾ ਨੂੰ ਲੈ ਕੇ। ਬਗਾਨੇ ਬੋੜ ਦੀ ਛਾਂ ਅਜਮੇਰ ਸਿੰਘ ਔਲਖ ਦਾ ਇਹ ਇਕਾਂਗੀ ਮਾਲਵੇ ਦੀ ਨਿਵਣ ਕਿਸਾਨੀ ਨਾਲ ਸੰਬੰਧਿਤ ਹੈ।
ਘੱਟ ਜ਼ਮੀਨੇ ਪਰਿਵਾਰ ਔਖ ਨਾਲ ਦਿਨ ਕੱਟ ਰਹੇ ਹਨ ਤੇ ਆਪਣੀਆਂ ਸਧਾਰਨ ਲੋੜਾਂ ਦੀ ਪੂਰਤੀ ਕਰਨੋਂ ਵੀ ਅਸਮਰੱਥ ਰਹਿੰਦੇ ਹਨ। ਇਕਾਂਗੀ ਦਾ ਨਾਇਕ ਗੱਜਣ ਸਿੰਘ ਆਪਣੇ ਪਰਿਵਾਰ ਦੀ ਗੱਡੀ ਬੜੀ ਔਖ ਨਾਲ ਚਲਾ ਰਿਹਾ ਹੈ। ਇਕਾਂਗੀ ਦਾ ਜੋ ਨਾਇਕ ਹੈ ਉਹ ਗੱਜਣ ਸਿੰਘ ਹੈ। ਉਸਦੀ ਪਤਨੀ ਗੁਰਨਾਮ ਕੌਰ ਮੁੱਖ ਪਾਤਰ। ਇਹ ਮੁੱਖ ਪਾਤਰ ਨੇ ਨਾਇਕ ਗੱਜਣ ਸਿੰਘ ਤੇ ਗੁਰਨਾਮ ਕੌਰ। ਗੁਰਨਾਮ ਕੌਰ ਇਸ ਗੱਲੋਂ ਦੁਖੀ ਹੈ ਕਿ ਉਹ ਘਰ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਰਿਹਾ। ਉਸਦਾ ਮੁੰਡਾ ਬਿੰਦਰ ਇਸ ਗੱਲੋਂ ਔਖਾ ਹੈ ਕਿ ਉਸਦੀਆਂ ਕਾਲਜ ਜੀਵਨ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੋ ਰਹੀਆਂ ਤੇ ਉਸਦੀ ਭਰਜਾਈ ਸੀਤੋ ਇਸ ਗੱਲੋਂ ਨਾਰਾਜ਼ ਹੈ ਕਿ ਘਰ ਦੀ ਵੰਡ ਵੰਡਾਈ ਸਮੇਂ ਉਹਨਾਂ ਨੂੰ ਪੂਰਾ ਹਿੱਸਾ ਨਹੀਂ ਮਿਲਿਆ। ਪਿੰਡ ਦਾ ਸ਼ਾਹੂਕਾਰ ਕਾਸ਼ੀ ਰਾਮ ਕਰਜ਼ਾ ਵਾਪਸ ਕਰਵਾਉਣ ਲਈ ਵਾਰ-ਵਾਰ ਗੇੜੇ ਮਾਰਦਾ। ਇਸ ਸਾਰੀ ਸਥਿਤੀ ਵਿੱਚ ਪੀਤਾ ਅਮਲੀ ਇਹਨਾਂ ਝੰਜਟਾਂ ਤੋਂ ਮੁਕਤ ਹੈ ਕਿਉਂਕਿ ਉਹ ਦੁਨੀਆਦਾਰੀ ਤੋਂ ਵਿਹਲਾ ਹੋ ਚੁੱਕਾ ਹੈ ਤੇ ਉਸਦੀ ਪਤਨੀ ਉਸਦੇ ਅਮਲਾਂ ਕਾਰਨ ਉਸਦੇ ਭਰਾ ਦੇ ਘਰ ਵਸ ਗਈ ਤੇ ਪੀਤੇ ਨੇ ਜ਼ਿੰਦਗੀ ਦੇ ਦੁੱਖਾਂ ਨੂੰ ਨਸ਼ਿਆਂ ਵਿੱਚ ਭੁੱਲ ਕੇ ਆਪਣੀ ਟੁਣਕਵੀਂ ਸ਼ਖਸੀਅਤ ਉਸਾਰ ਲਈ ਹੈ ਤੇ ਜਿਹੜੀ ਕਾਸ਼ੀ ਰਾਮ ਤੇ ਵੀ ਵਿਅੰਗ ਕਰ ਸਕਦੀ ਹੈ। ਗੱਜਣ ਦਾ ਭਰਾ ਗੋਲਾ ਸਾਰੇ ਦੁੱਖ ਸ਼ਰਾਬ ਵਿੱਚ ਭੁੱਲੀ ਬੈਠਾ ਹੈ। ਇਕਾਂਗੀ ਵਿੱਚ ਬਗਾਨੇ ਬੋਹੜ ਦੀ ਛਾਂ ਨੂੰ ਪ੍ਰਤੀਕ ਵਜੋਂ ਵਰਤਿਆ ਗਿਆ ਹੈ। ਭਾਵ ਘੱਟ ਜ਼ਮੀਨੇ ਪਰਿਵਾਰ ਆਪਣੀਆਂ ਲੋੜਾਂ ਖੁਦ ਪੂਰੀਆਂ ਕਰਨ ਦੇ ਸਮਰੱਥ ਨਹੀਂ ਸਗੋਂ ਇੱਕ ਉਧਾਰੀ ਜ਼ਿੰਦਗੀ ਗੁਜ਼ਾਰ ਰਹੇ ਹਨ। ਜਨਮ ਧਾਰਿਆ ਢਿੱਡ ਦੀ ਲੋੜ ਵਿੱਚੋਂ ਮਰ ਜਾਣਗੇ ਢਿੱਡ ਦੀ ਲੋੜ ਥੱਲੇ ਘੜੀ ਸੁੱਖ ਦੀ ਭਾਲ ਦੇ ਭਲਾ ਕਿੱਥੋਂ ਜਿਹੜੇ ਰਹਿਣ ਬਗਾਨੜੇ ਬੋਹੜ ਥੱਲੇ। ਯਥਾਰਥਵਾਦੀ ਸ਼ੈਲੀ ਵਿੱਚ ਉਸਰਿਆ ਇਹ ਇਕਾਂਗੀ ਮਲਵਈ ਉਪਭਾਸ਼ਾ ਨਾਲ ਸ਼ਿੰਗਾਰੀ ਪੇਂਡੂ ਬੋਲੀ ਦਾ ਉੱਤਮ ਨਮੂਨਾ ਹੈ। ਅਜਿਹੇ ਯਥਾਰਥਕ ਰੰਗਣ ਵਾਲੀ ਮਲਵਈ ਵਾਰਤਾਲਾਪ ਪਹਿਲੀ ਵਾਰ ਪੰਜਾਬੀ ਨਾਟਕ ਵਿੱਚ ਅਜਮੇਰ ਸਿੰਘ ਔਲਖ ਰਾਹੀਂ ਆਈ। ਇਹ ਇਕਾਂਗੀ ਔਲਖ ਦਾ ਸਰਵੋਤਮ ਇਕਾਂਗੀ ਮੰਨਿਆ ਜਾਂਦਾ ਹੈ ਤੇ ਇਸ ਦੀ ਪੇਸ਼ਕਾਰੀ ਨਾਲ ਉਸਦੀ ਗੂੜੀ ਪਛਾਣ ਸਥਾਪਿਤ ਹੁੰਦੀ ਹੈ। ਇਸ ਪੁਸਤਕ ਵਿੱਚ ਇਕਾਂਗੀ ਬਗਾਨੇ ਬੋਹੜ ਦੀ ਛਾਂ ਦਾ ਪਹਿਲਾ ਰੂਪ ਸ਼ਾਮਲ ਕੀਤਾ ਗਿਆ ਹੈ ਜੋ ਮਾਰਚ 1978 ਦੇ ਪ੍ਰੀਤ ਲੜੀ ਵਿੱਚ ਛਪਿਆ। ਉਸ ਤੋਂ ਬਾਅਦ 1978 ਵਿੱਚ ਛਪੇ ਆਪਣੇ ਪਹਿਲੇ ਇਕਾਂਗੀ ਸੰਗ੍ਰਹਿ ਅਰਬਦ ਨਰਬਦ ਧੁੰਦੂਕਾਰਾ ਤੇ ਮੁੜ ਬਗਾਨੇ ਬੋਹੜ ਦੀ ਛਾਂ ਨਾਂ ਹੇਠ ਛਪਣ ਵਾਲੇ ਦੂਜੇ ਇਕਾਂਗੀ ਸੰਗ੍ਰਹਿ ਵਿੱਚ ਸ਼ਾਮਲ ਕਰਨ ਵੇਲੇ ਔਲਖ ਨੇ ਇਸ ਇਕਾਂਗੀ ਦਾ ਵਿਸਤ੍ਰਿਤ ਰੂਪ ਤਿਆਰ ਕੀਤਾ ਜਿਸ ਵਿੱਚ ਵਿਸ਼ਨੀ ਬੁੜੀ ਦੌਲਾ ਤੇ ਦੌਲੇ ਦਾ ਮੁੰਡਾ ਆਦਿ ਪਾਤਰ ਸ਼ਾਮਲ ਹੋ ਗਏ। ਉਹ ਰੂਪ ਇਕਾਂਗੀ ਨਾਲੋਂ ਵੱਧ ਪੂਰੇ ਨਾਟਕ ਦੀ ਝਲਕ ਦਿੰਦਾ ਹੈ ਜਦੋਂ ਕਿ ਇਸ ਪੁਸਤਕ ਵਿੱਚ ਸ਼ਾਮਲ ਮੁੱਢਲਾ ਰੂਪ ਇਕਾਂਗੀ ਗੁਣਾਂ ਦੇ ਵਧੇਰੇ ਨੇੜੇ ਅਤੇ ਬਾਝਵੇਂ ਪ੍ਰਭਾਵ ਵਾਲਾ ਹੈ। ਇਹ ਸਨ ਇਕਾਂਗੀ ਯਾਤਰਾ ਕਿਤਾਬ ਦੇ ਵਿੱਚੋਂ ਜਿਹੜੀ ਡਾਕਟਰ ਰਘਵੀਰ ਸਿੰਘ ਤੇ ਸਤੀਸ਼ ਕੁਮਾਰ ਵਰਮਾ ਦੁਆਰਾ ਸੰਪਾਦਕ ਕੀਤੀ ਗਈ ਹੈ। ਇਹਨਾਂ ਇਕਾਂਗੀਆਂ ਬਾਰੇ ਆਪਾਂ ਪੂਰੀਆਂ ਇਕਾਂਗੀਆਂ ਬਾਰੇ ਆਪਾਂ ਜਾਣਕਾਰੀ ਲੈ ਚੁੱਕੇ ਹਾਂ। ਇੱਕ ਵਾਰੀ ਆਪਾਂ ਇਕਾਂਗੀਆਂ ਜਿਹੜੀਆਂ ਹੈ ਉਹਨਾਂ ਦੇ ਸਾਰੀਆਂ ਇਕਾਂਗੀਆਂ ਦੇ ਆਪਾਂ ਦੇਖ ਲੈਂਦੇ ਹਾਂ। ਮਨ ਦੀਆਂ ਮਨ ਵਿੱਚ ਇਕਾਂਗੀ ਹੈ ਜਿਹੜੀ ਇਹ ਹਰਚਰਨ ਸਿੰਘ ਦੀ ਲਿਖੀ ਹੋਈ ਹੈ। ਮਨ ਦੀਆਂ ਮਨ ਵਿੱਚ ਜਵਾਈ ਇਕਾਂਗੀ ਮਨੋਵਿਗਿਆਨਿਕ ਸਮੱਸਿਆ ਨੂੰ ਪੇਸ਼ ਕਰਦੀ ਹੈ ਤੇ ਬਲਵੰਤ ਗਾਰਗੀ ਦੀ ਲਿਖੀ ਗਈ ਹੈ। ਆਪ ਬੀਤੀ ਗੁਰਚਰਨ ਸਿੰਘ ਜਸੂਜਾ ਦੀ ਲਿਖੀ ਹੋਈ ਹੈ। ਉਧਾਲੀ ਹੋਈ ਕੁੜੀ 1947 ਦੀ ਵੰਡ ਨਾਲ ਸੰਬੰਧਿਤ ਹੈ। ਕਪੂਰ ਸਿੰਘ ਘੁੰਮਣ ਦੀ ਲਿਖੀ ਹੋਈ ਹੈ। ਅਪਮਾਨ ਸਰਜੀਤ ਸਿੰਘ ਸੇਠੀ ਦੀ ਲਿਖੀ ਹੋਈ ਹੈ। ਮਨੋਵਿਗਿਆਨਿਕ ਇਕਾਂਗੀ ਹੈ ਤੇ ਐਜੀਟੇਸ਼ਨ ਔਰਤਾਂ ਦੇ ਤਥਾਕਥਿਤ ਜਿਹੜੀ ਆਜ਼ਾਦੀ ਹੈ ਉਸ ਨਾਲ ਸੰਬੰਧਿਤ ਹੈ ਤੇ ਹਰਚਰਨ ਸਿੰਘ ਦੀ ਲਿਖੀ ਗਈ ਹੈ ਤੇ ਬਗਾਨੇ ਬੋਹੜ ਦੀ ਛਾਂ ਅਜਮੇਰ ਸਿੰਘ ਔਲਖ ਦੀ ਲਿਖੀ ਗਈ ਇਕਾਂਗੀ ਹੈ। ਇਹ ਸਨ ਕੁਝ ਇਕਾਂਗੀਆਂ ਬਹੁਤ ਹੀ ਮਹੱਤਵਪੂਰਨ ਮਾਸਟਰ ਕੈਡਰ ਪੇਪਰ ਦੇ ਵਿੱਚ ਪੁੱਛੀਆਂ ਜਾ ਸਕਦੀਆਂ ਹਨ। ਇਹਨਾਂ ਦੇ ਮੁੱਖ ਪਾਤਰ ਵੀ ਪੁੱਛੇ ਜਾ ਸਕਦੇ ਆ ਤੇ ਇਹ ਇਕਾਂਗੀ ਕਿਸ ਦੁਆਰਾ ਲਿਖੀ ਗਈ ਹੈ, ਇਹਨਾਂ ਦਾ ਵਿਸ਼ਾ ਵਸਤੂ ਕੀ ਹੈ, ਅੰਤ ਇਹਨਾਂ ਦਾ ਕਿਸ ਪ੍ਰਕਾਰ ਹੋਇਆ, ਇਹ ਚੀਜ਼ਾਂ ਪੁੱਛੀਆਂ ਜਾ ਸਕਦੀਆਂ। ਜਿਵੇਂ ਆਪਾਂ ਗੱਲ ਕੀਤੀ ਅਜਮੇਰ ਸਿੰਘ ਔਲਖ ਦੀ ਜਿਹੜੀ ਇਕਾਂਗੀ ਬਗਾਨੇ ਬੋਹੜ ਦੀ ਛਾਂ ਇਹ ਯਥਾਰਥਵਾਦੀ ਸ਼ੈਲੀ ਦੇ ਆਧਾਰ ਉੱਪਰ ਲਿਖੀ ਗਈ ਹੈ ਤੇ ਮਲਵਈ ਪਿੰਡਾਂ ਦੀ ਜਿਹੜੀ ਬੋਲੀ ਹੈ ਉਸ ਦਾ ਇਸ ਉੱਪਰ ਪ੍ਰਭਾਵ ਹੈ। ਅਜਮੇਰ ਸਿੰਘ ਔਲਖ ਹੈ ਜਿਹੜਾ ਵੈਸੇ ਵੀ ਜੇ ਦੇਖਿਆ ਜਾਵੇ ਇਹਨਾਂ ਦੇ ਨਾਟਕਾਂ ਉੱਪਰ ਮਲਵਈ ਪਿੰਡਾਂ ਦੀ ਜਿਹੜੀ ਬੋਲੀ ਹੈ ਉਸ ਦਾ ਇਸ ਦੇ ਨਾਟਕਾਂ ਦੇ ਉੱਪਰ ਬਹੁਤ ਪ੍ਰਭਾਵ ਹੈ। ਤੇ ਇਹ ਜਿਹੜੀ ਇਕਾਂਗੀ ਹੈ ਬਗਾਨੇ ਬੋਹੜ ਦੀ ਛਾਂ ਇਹ ਇਕਾਂਗੀ ਅਜਮੇਰ ਸਿੰਘ ਔਲਖ ਦੀ ਲਿਖੀ ਗਈ ਹੈ। ਨਿਮਨ ਕਿਸਾਨੀ ਜਿਹੜਾ ਵਰਗ ਹੈ ਉਸ ਦੇ ਉੱਪਰ ਲਿਖੀ ਗਈ ਹੈ। ਅਗਲੀ ਇਕਾਂਗੀ ਹੈ ਹਨੀਮੂਨ। ਇੱਕ ਇਕਾਂਗੀ ਆਪਾਂ ਰਹੇਗੀ
ਆਪਾਂ ਹਾਂ ਹਨੀਮੂਨ ਇਕਾਂਗੀ ਵੀ ਆਪਾਂ ਕਰ ਹੀ ਲੈਂਦੇ ਹਾਂ। ਹਨੀਮੂਨ ਆਤਮਜੀਤ ਦਾ ਇਹ ਇਕਾਂਗੀ ਉਸਦੇ ਬਾਕੀ ਇਕਾਂਗੀਆਂ ਤੋਂ ਵੱਖਰਾ ਹੈ ਕਿਉਂਕਿ ਉਸਦੇ ਬਹੁਤੇ ਇਕਾਂਗੀ ਪ੍ਰਤੀਕਾਤਮਕ ਢੰਗ ਨਾਲ ਉਸਰੇ ਹੁੰਦੇ ਹਨ, ਜਦੋਂ ਕਿ ਇਸ ਇਕਾਂਗੀ ਵਿੱਚ ਪ੍ਰਤੀਕਾਂ ਨੂੰ ਅੰਸ਼ਕ ਰੂਪ ਵਿੱਚ ਵਰਤਿਆ ਗਿਆ ਅਤੇ ਸਾਰਾ ਇਕਾਂਗੀ ਯਥਾਰਥਵਾਦੀ ਸ਼ੈਲੀ ਵਿੱਚ ਉਸਰਦਾ ਹੈ। ਇਹ ਇਕਾਂਗੀ ਸਧਾਰਨ ਮੱਧ ਸ਼੍ਰੇਣੀ ਪਰਿਵਾਰਾਂ ਦੇ ਦੁਖਾਂਤ ਨੂੰ ਚਿੱਤਰਦੀ ਹੈ। 2 ਵਰ੍ਹੇ ਪਹਿਲਾਂ ਦਾ ਵਿਆਹ ਹੋਇਆ ਜੋੜਾ ਪਹਿਲਗਾਮ ਵਿੱਚ ਹਨੀਮੂਨ ਮਨਾਉਣ ਆਇਆ ਹੈ ਕਿਉਂਕਿ ਸ਼ਾਦੀ ਸਮੇਂ ਪਤੀ ਦੀ ਨੌਕਰੀ ਛੁੱਟ ਜਾਣ ਕਾਰਨ ਉਹ ਆ ਨਹੀਂ ਸਕਿਆ। ਆਪਣੇ 8 ਮਹੀਨਿਆਂ ਦੇ ਬੱਚੇ ਮੰਟੂ ਨੂੰ ਉਹ ਪਿੱਛੇ ਛੱਡ ਆਇਆ ਹੈ ਅਤੇ ਇਹ ਇਕਾਂਗੀ ਆਦਰਸ਼ ਅਤੇ ਯਥਾਰਥ ਦਾ ਟਾਕਰਾ ਸਿਰਜਦੀ ਹੈ। ਇੱਕ ਬੱਚੇ ਦੇ ਮਾਂ ਪਿਓ ਬਣ ਕੇ 2 ਵਰ੍ਹੇ ਬਾਅਦ ਹਨੀਮੂਨ ਮਨਾਉਣ ਆਉਣਾ ਇੱਕ ਆਦਰਸ਼ਕ ਸਥਿਤੀ ਹੈ ਜਿਸ ਨੂੰ ਬਾਰ-ਬਾਰ ਮੌਜੂਦਾ ਜੀਵਨ ਦਾ ਯਥਾਰਥ ਜੋ ਤੋੜਦਾ ਹੈ। ਇਸ ਯਥਾਰਥ ਵਿੱਚ ਤੰਗੀਆਂ ਤਰੋਸ਼ੀਆਂ ਵੀ ਸ਼ਾਮਲ ਹਨ ਅਤੇ ਵਿਆਹ ਤੋਂ 2 ਵਰ੍ਹੇ ਬਾਅਦ ਦੀ ਉਹ ਸਥਿਤੀ ਵੀ ਸ਼ਾਮਲ ਹੈ ਜਿਸ ਵਿੱਚ ਪਤੀ ਪਤਨੀ ਦੀ ਨੋਕ ਝੋਕ ਅਕਸਰ ਹੁੰਦੀ ਰਹਿੰਦੀ ਹੈ। ਉਹ ਨਿੱਕੀਆਂ ਗੱਲਾਂ ਪਿੱਛੇ ਆਪਸ ਵਿੱਚ ਖਿੱਬੜਦੇ ਹਨ ਅਤੇ ਬਾਰ-ਬਾਰ ਖਰਚ ਹੋ ਰਹੇ ਪੈਸਿਆਂ ਦਾ ਹਿਸਾਬ ਲਾਉਂਦੇ ਰਹਿੰਦੇ ਹਨ। ਹਰ ਪਲ ਉਹ ਜੀਵਨ ਦੇ ਕੌੜੇ ਯਥਾਰਥ ਨੂੰ ਭੁੱਲ ਕੇ ਹਨੀਮੂਨ ਦੇ ਰੋਮਾਂਸ ਅਤੇ ਕਲਪਨਾ ਲੋਕ ਵਿੱਚ ਵਿਚਰਨਾ ਚਾਹੁੰਦੇ ਹਨ, ਲੇਕਿਨ ਕੋਈ ਨਾ ਕੋਈ ਘਟਨਾ ਜਾਂ ਵਸਤੂ ਸਥਿਤੀ ਉਸ ਵਾਤਾਵਰਨ ਨੂੰ ਤੋੜ ਦਿੰਦੀ ਹੈ। ਇਕਾਂਗੀ ਦਾ ਸਿਖਰ ਉਦੋਂ ਵਾਪਰਦਾ ਹੈ ਜਦੋਂ ਪਿੱਛੋਂ ਤਾਰ ਆ ਜਾਂਦੀ ਹੈ ਕਿ ਉਹਨਾਂ ਦਾ ਬੱਚਾ ਬਿਮਾਰ ਹੈ ਅਤੇ ਉਹ ਆਪ ਵਾਪਸੀ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਬੱਚਾ ਯਥਾਰਥ ਹੈ ਅਤੇ ਹਨੀਮੂਨ ਕਲਪਨਾ। ਹੋਟਲ ਦੇ ਜਮਾਂਦਾਰ ਦੇ ਪੁੱਛਣ 'ਤੇ ਉਹ ਅਗਲੇ ਸਾਲ ਹਨੀਮੂਨ 'ਤੇ ਆਉਣ ਲਈ ਕਹਿੰਦੇ ਹਨ ਤਾਂ ਜਮਾਂਦਾਰ ਉਹ ਕਹਿੰਦਾ ਹੈ, ਇਸ ਸਾਲ ਮਨਾ ਡਾਲੋ ਸਾਹਿਬ, ਅਗਲੇ ਸਾਲ ਯਹ ਕਮਰਾ 40 ਰੁਪਏ ਮੇਂ ਵੀ ਨਹੀਂ ਮਿਲੇਗਾ। ਇਹ ਸੰਵਾਦ ਉਹਨਾਂ ਦੀ ਮਾੜੀ ਆਰਥਿਕ ਸਥਿਤੀ 'ਤੇ ਤਿੱਖਾ ਵਿਅੰਗ ਕਰਦਾ ਹੈ। ਇਉਂ ਇਹ ਇਕਾਂਗੀ ਮੱਧ ਸ਼੍ਰੇਣੀ ਦੇ ਯਥਾਰਥ ਦਾ ਯਥਾਰਥਕ ਚਿੱਤਰ ਵੀ ਪੇਸ਼ ਕਰਦਾ ਹੈ। ਉਪਰੋਕਤ ਇਕਾਂਗੀਆਂ ਦੀ ਜਾਣ ਪਛਾਣ ਉਪਰੰਤ ਅਸੀਂ ਇਸ ਸਿੱਟੇ 'ਤੇ ਪੁੱਜਦੇ ਹਾਂ ਕਿ ਸਾਰੇ ਇਕਾਂਗੀ ਕਲਾ ਦੀਆਂ ਲੋੜਾਂ 'ਤੇ ਪੂਰੇ ਉਤਰਦੇ ਹਨ ਅਤੇ ਪੰਜਾਬੀ ਇਕਾਂਗੀ ਸਾਹਿਤ ਵਿੱਚ ਆਪਣਾ ਵਿਸ਼ੇਸ਼ ਸਥਾਨ ਵੀ ਰੱਖਦੇ ਹਨ। ਇਕਾਂਗੀ ਦੀ ਤਰਤੀਬ ਇਕਾਂਗੀਕਾਰਾਂ ਦੀ ਉਮਰ ਕਰਮ ਅਨੁਸਾਰ ਰੱਖੀ ਗਈ ਹੈ। ਚਲੋ ਇਹ ਤੋਂ ਆਪਣੀ ਇਹ ਹੈ ਵੀ ਪੁਸਤਕ ਦੇ ਵਿੱਚ ਜਿਹੜੀਆਂ ਇਕਾਂਗੀਆਂ ਉਹ ਉਹਨਾਂ ਦੀ ਤਰਤੀਬ ਅਕੋਰਡਿੰਗ ਰੱਖੀਆਂ ਗਈਆਂ ਹਨ ਅਤੇ ਹਨੀਮੂਨ ਜਿਹੜੀ ਇਕਾਂਗੀ ਹੈ ਮੱਧ ਸ਼੍ਰੇਣੀ ਦੀਆਂ ਜਿਹੜੀਆਂ ਇਛਾਵਾਂ ਹੁੰਦੀਆਂ ਉਹ ਪੂਰੀਆਂ ਨਹੀਂ ਹੋ ਪਾਉਂਦੀਆਂ ਅਤੇ ਉਹ ਇਛਾਵਾਂ ਇੱਕ ਕਲਪਨਾ ਦਾ ਰੂਪ ਧਾਰਨ ਕਰ ਲੈਂਦੀਆਂ ਅਤੇ ਯਥਾਰਥ ਅਤੇ ਕਲਪਨਾ ਦਾ ਜੋ ਟਕਰਾਅ ਹੈ ਇਸ ਇਕਾਂਗੀ ਦੇ ਵਿੱਚ ਦਿਖਾਇਆ ਗਿਆ ਹੈ। ਔਰ ਜਿੰਨੀਆਂ ਵੀ ਆਪਣੀਆਂ ਇਕਾਂਗੀਆਂ ਨਾਟਕ ਹੈ, ਸਾਹਿਤ ਦੇ ਰੂਪ ਹੈ, ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੀ ਸਾਡੇ ਪੰਜਾਬ ਦੀ ਨਿਮਨ ਵਰਗ ਦੀ ਜਿਹੜੀ ਸਥਿਤੀ ਹੈ ਜਾਂ ਕਹਿ ਲਓ ਸ਼ਹਿਰੀ ਵਰਗ ਮੱਧ ਸ਼੍ਰੇਣੀ ਦੀ ਜੋ ਸਥਿਤੀ ਹੈ ਉਸ ਨੂੰ ਜਿਹੜਾ ਹੈ ਰਾਈਟਰਾਂ ਨੇ ਜਾਂ ਲੇਖਕਾਂ ਨੇ ਪੇਸ਼ ਕੀਤਾ ਹੈ ਇਹਨਾਂ ਇਕਾਂਗੀਆਂ ਦੇ ਵਿੱਚ, ਉਸ ਨੂੰ ਹੀ ਉਸੇ ਵਿਸ਼ੇ ਨੂੰ ਆਧਾਰ ਬਣਾ ਕੇ। ਸੋ ਇਹ ਸਨ ਕੁਝ ਇਕਾਂਗੀਆਂ। ਆਪ ਸਭ ਦਾ ਧੰਨਵਾਦ। ਸਤਿ ਸ਼੍ਰੀ ਅਕਾਲ। ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ, ਸਬਸਕ੍ਰਾਈਬ, ਲਾਈਕ ਕਰੋ ਤਾਂ ਕਿ ਮੈਂ ਹੋਰ ਜ਼ਿਆਦਾ ਮਿਹਨਤ ਨਾਲ ਤੁਹਾਡੇ ਸਾਹਮਣੇ ਹੋਰ ਜ਼ਿਆਦਾ ਵਿਸ਼ਿਆਂ ਨੂੰ ਤੁਹਾਡੇ ਸਾਹਮਣੇ ਰੱਖ ਸਕਾਂ। ਪੰਜਾਬੀ ਸਾਹਿਤ ਨਾਲ ਸੰਬੰਧਿਤ ਆਪਾਂ ਹੋਰ ਗੂੜਾ ਜਿਹੜਾ ਹੈ ਪੜ੍ਹ ਸਕੀਏ, ਹੋਰ ਡੂੰਘਾ ਪੜ੍ਹ ਸਕੀਏ। ਸੋ ਤੁਸੀਂ ਸਾਡਾ ਸਹਿਯੋਗ ਦਿਓਗੇ ਤਾਂ ਹੀ ਅਸੀਂ ਕੋਸ਼ਿਸ਼ ਲਗਾਤਾਰ ਜਾਰੀ ਰੱਖਾਂਗੇ। ਬਾਕੀ ਤੁਹਾਡਾ ਧੰਨਵਾਦ। ਜਿਹੜੇ ਸਾਡੇ ਚੈਨਲ 'ਤੇ ਨਵੇਂ ਜੁੜੇ ਹੋਣਗੇ ਬੱਚੇ ਜਿਨ੍ਹਾਂ ਨੇ ਹਜੇ ਤੱਕ ਨਵਾਂ ਦੇਖੀ ਹੋਗੀ ਇਹ ਵੀਡੀਓ, ਉਹ ਚੈਨਲ ਨੂੰ ਜਿਹੜਾ ਹੈ ਸਬਸਕ੍ਰਾਈਬ ਕਰ ਲੈਣ। ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਸ਼ੇਅਰ ਅਤੇ ਲਾਈਕ ਕਰਨਾ ਨਾ ਭੁੱਲਣਾ। ਆਪ ਸਭ ਦਾ ਧੰਨਵਾਦ।